ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਰ, ਵੇਲ ਵਰਸਵਰਾ। ਆਪ ਖੜੋ ਬਹਿ ਆਪ ਕਰ, ਆਪ ਪੀਣੈ ਆਪਾ। ਗੁਰਮੁਖ ਸੇਵਾ ਥਾਇ ਪਵੈ, ਉਨ ਮਨ ਤਤ ਕਮਾ। ਮਸ਼ੱਕਤ ਲਹੋ ਮਜੂਰੀਆਂ, ਮੰਗ ਮੰਗ ਖਸਮ ਦਰਾ। ਨਾਨਕ ਪੁਰਦਰ ਵੇ ਪਰਵਾਹ, ਤਉ ਦਰ ਊਣਾ ਨਾਹੇ। ਕੋ ਸੱਚਾ ਵੇ ਪਰਵਾਹ। ਮਹਲਾ ਪਹਿਲਾ। ਉਜਲ ਮੋਤੀ ਸੋਹਣੇ, ਰਤਨਾ ਨਾਲ ਜੁੜਨ। ਤਿਨ ਜਰ ਵੈਰੀ ਨਾਨਕਾ, ਜੇ ਬੁੱਢੇ ਥੀ ਮਰਨ। ਪੌੜੀ। ਹਰ ਸਾਲਾਹੀ ਸਦਾ ਸਦਾ, ਤਨ ਮਨ ਸੌਂਪ ਸ਼ਰੀਰ। ਗੁਰ ਸ਼ਬਦੀ ਸਚ ਪਾਇਆ, ਸੱਚਾ ਗਹਿਰ ਗੰਭੀਰ। ਮਨ ਤਨ ਹਿਰਦੈ ਰਵ ਰਹਿਆ, ਹਰ ਹੀਰਾ ਹੀਰ। ਜਨਮ ਮਰਨ ਕਾ ਦੁਖ ਗਿਆ, ਫਿਰ ਪਵੈ ਨਾ ਫੀਰ। ਨਾਨਕ ਨਾਮ ਸਲਾਹ ਤੂੰ, ਹਰ ਗੁਣੀ ਗਹੀਰ। ਜਨਮ ਮਰਨ ਕਾ ਦੁਖ ਗਿਆ, ਫਿਰ ਪਵੈ ਨਾ ਫੀਰ। ਨਾਨਕ ਨਾਮ ਸਲਾਹ ਤੂੰ, ਹਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਕੀਤੀਆਂ ਨੇ। ਅਜੇ ਹੁਣੇ ਗੁਰਬਾਣੀ ਕੀਰਤਨ ਅਸੀਂ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ ਗੁਰ ਸ਼ਬਦ ਵਿਆਖਿਆ ਦਾ। ਸੂਹੀ ਕੀ ਵਾਰ ਧੰਨ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਿਤ ਕੀਤੀਆਂ ਗਈਆਂ ਪੌੜੀਆਂ ਇਹ ਸਾਨੂੰ ਪ੍ਰਾਪਤ ਨੇ। ਨਾਲ ਜੋ ਸ਼ਲੋਕ ਨੇ
ਵਿੱਚ ਗੁਰੂ ਅਮਰਦਾਸ ਸਾਹਿਬ ਦੇ ਵੀ ਆ ਰਹੇ ਨੇ, ਨਾਲ ਦੀ ਨਾਲ ਕੁਝ ਦੂਸਰੇ ਜਾਮਿਆਂ ਵਿੱਚ ਉਚਰਿਤ ਕੀਤੇ ਮਹਾਰਾਜ ਦੁਆਰਾ ਉਹ ਰਚਨਾ ਵੀ ਸਾਨੂੰ ਪ੍ਰਾਪਤ ਹੈ। ਜਿਵੇਂ ਆਪ ਜੀ ਨੇ ਅੱਜ ਦੇ ਪਾਵਨ ਬਚਨ ਜੋ ਸਰਵਨ ਕੀਤੇ ਨੇ, ਪੌੜੀ ਡੈਫੀਨੇਟਲੀ ਗੁਰੂ ਅਮਰਦਾਸ ਸਾਹਿਬ ਦੀ ਹੈ, ਪਰ ਸ਼ਲੋਕ ਦੋਨੋਂ ਧੰਨ ਗੁਰੂ ਨਾਨਕ ਸਾਹਿਬ ਦੇ ਪਹਿਲੇ ਜਾਮੇ ਵਿੱਚ ਉਚਰਿਤ ਕੀਤੇ ਗਏ ਨੇ। ਬਚਨ ਬੜਾ ਗੁਰਬਾਣੀ ਦਾ ਸੰਦੇਸ਼ ਹਮੇਸ਼ਾ ਹੀ ਵਾਜਬ, ਉਮਦਾ, ਅਲਾਹੀ, ਅਗੰਮੀ, ਅਕਾਲੀ, ਅਰਸ਼ੀ, ਜਿੰਨੇ ਵੀ ਤੁਸੀਂ ਐਡਜੈਕਟਿਵ ਯੂਜ਼ ਕਰ ਲਓ, ਦੇਰ ਨੋਟ ਐਨਫ ਉਸ ਰੂਪ ਵਿੱਚ ਆ। ਪਰ ਜਿਵੇਂ ਅੱਜ ਦਾ ਵਾਕਿਆ, ਇਹ ਜਿਹਨੂੰ ਕਹਿ ਲਓ ਕਿ ਬੜੇ ਪ੍ਰਤੀਕਾਤਮਕ ਰੂਪ ਦੇ ਵਿੱਚ, ਜਿਹਦੀ ਸਿਗਨੀਫਿਕੇਸ਼ਨ ਬਹੁਤ ਡੀਪ ਹੈ, ਖਾਸ ਕਰਕੇ ਜਦੋਂ ਤੁਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ, ਅਤੇ ਜਿਹਨੂੰ ਅੱਜ ਕੱਲ੍ਹ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ, ਮਾਈਂਡਫੁਲਨੈਸ। ਸੰਸਾਰ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਬਹੁਤ ਇਰੀਟੇਟ ਕਰਦੀਆਂ ਨੇ। ਸਪੋਜ਼ ਇਹਨੂੰ ਬਹੁਤ ਸਿੰਪਲ ਕਰਕੇ ਕਹਾਂ, ਵੈਦਰ ਥੋੜ੍ਹਾ ਗਰਮ ਹੋ ਜਾਏ ਤਾਂ ਅਸੀਂ ਇਰੀਟੇਟ ਹੋ ਜਾਂਦੇ ਹਾਂ, ਥੋੜ੍ਹਾ ਜ਼ਿਆਦਾ ਠੰਡਾ ਹੋ ਜਾਏ ਤਾਂ ਇਰੀਟੇਟ ਹੋ ਜਾਂਦੇ ਹਾਂ। ਐਕਚੁਅਲੀ ਹੈ ਤੇ ਕੁਦਰਤ ਦੀ ਖੇਡ ਹੈ, ਬੜੀ ਵਧੀਆ। ਜੇ ਭੁੱਖ ਲੱਗ ਜਾਏ, ਵਾਰ-ਵਾਰ ਲੱਗੇ ਤਾਂ ਬੰਦਾ ਤੰਗ ਹੋ ਜਾਂਦਾ ਹੈ, ਜੇ ਭੁੱਖ ਨਾ ਲੱਗੇ ਤਾਂ ਤੰਗ ਹੋ ਜਾਂਦਾ ਹੈ। ਆਪ ਦੇਖੋਗੇ, ਮਤਲਬ ਮਾਈਂਡਫੁਲਨੈਸ ਦਾ ਮਤਲਬ ਇਹ ਹੁੰਦਾ ਕਿ ਵੀ ਆਰ ਨੋਟ ਮਾਈਂਡਫੁਲ ਫਾਰ ਆਲ ਦੀਜ਼ ਥਿੰਗਸ ਵਿਚ ਇਜ਼ ਕਮਿੰਗ ਅੰਡਰ ਦਾ ਯੂਨੀਵਰਸਲ ਲਾ। ਗੁਰੂ ਬਾਬਾ ਜੀ ਇਹਦੇ ਬਾਰੇ ਸਾਨੂੰ ਸੋਝੀ ਦਿੰਦੇ ਨੇ, ਕਹਿੰਦੇ ਨੇ ਐਵੇਂ ਚੀਜ਼ਾਂ ਨੂੰ ਆਪਣੇ ਬੜੀ ਨੈਰੋ ਮਾਈਂਡ ਸੈਟ ਦੇ ਲੈਵਲ 'ਤੇ ਅਨਾਲਿਸਿਸ ਨਾ ਕਰਿਆ ਕਰ, ਤੰਗ ਹੋਏਗਾ। ਜੀਵਨ ਜਿਹੜਾ ਬੜਾ ਰਸਦਾਇਕ ਹੈ, ਬੜਾ ਸੁਖਦਾਇਕ ਹੈ, ਬੜਾ ਉਮਦਾ ਆ, ਉਹਨੂੰ ਮਾਣ ਨਹੀਂ ਪਾਏਗਾ, ਬਲਕਿ ਇੱਕ ਆਪਣੀ ਹੀ ਦੁਨੀਆ ਵਿੱਚ ਗਵਾਚਾ ਰਹੇਗਾ। ਛੋਟੀਆਂ ਛੋਟੀਆਂ ਚੀਜ਼ਾਂ, ਬੰਦਾ ਤੇ ਕਹਿੰਦਾ ਵੀ ਟੁਡੇ ਇਜ਼ ਵੈਰੀ ਬੈਡ ਡੇ, ਵਾਈ, ਵਾਟ ਹੈਪਨਡ? ਕਿਸੇ ਨੇ ਮੈਨੂੰ ਕਾਲ ਕਰਨੀ ਸੀ, ਕਾਲ ਨਹੀਂ ਕੀਤੀ, ਦੈਟਸ ਇੰਨਾ ਹੀ ਬਹੁਤ ਆ। ਜਾਂ ਕਿਸੇ ਨੇ ਕਾਲ ਕੀਤੀ ਤੇ ਮੇਰਾ ਹਾਲ ਨਹੀਂ ਪੁੱਛਿਆ। ਇਤਨੀ ਛੋਟੀ ਜਿਹੀ ਚੀਜ਼ ਜਿਹਨੂੰ ਅੱਜ ਕੱਲ੍ਹ ਲੋਕੀ ਮੂਡ ਸਵਿੰਗ ਕਰਨਾ ਕਹਿੰਦੇ ਨੇ। ਮਤਲਬ ਬੰਦਾ ਇਤਨਾ ਮੂਡੀ ਹੋ ਗਿਆ ਕਿ ਉਸਨੂੰ ਜੋ ਕੁਝ ਵਾਪਰ ਰਿਹਾ, ਜੋ ਕੁਝ ਹੋ ਰਿਹਾ, ਨਾਓ ਡੇਜ਼ ਵੀ ਆਰ ਗੋਇੰਗ ਥਰੂ ਵਿਦ COVID-19 ਸਿਚੁਏਸ਼ਨ, ਐਂਡ ਇਹਦੇ ਵਿੱਚ ਜਿਹੜੇ ਲੋਕ ਸਿੱਧੇ ਤੌਰ 'ਤੇ ਡਾਇਰੈਕਟਲੀ COVID-19 ਨਾਲ ਦੋ ਚਾਰ ਹੋਏ ਜਾਂ ਹੋ ਰਹੇ ਨੇ, ਉਹਨੂੰ ਪੁੱਛ ਕੇ ਦੇਖੋ, ਬੰਦੇ ਦੀ ਉਦੋਂ ਇੰਨੀ ਕਿ ਮਨਸਾ ਹੁੰਦੀ ਕਿ ਸਾਹ ਹੀ ਸਹੀ ਤਰ੍ਹਾਂ ਆ ਜਾਏ, ਬਸ ਦੈਟਸ ਅਨਫ। ਆ ਜਿਹੜੀ ਰੈਸਪੀਟਰੀ ਹੈਗੀ ਏ, ਇਹ ਨੈਚੁਰਲ ਵੇ ਨਾਲ ਵਰਕ ਕਰਨ ਲੱਗ ਜੇ, ਮੈਂ ਸਮਝਾਂਗਾ ਬੜੀ ਵੱਡੀ ਮੇਰੇ ਵਾਸਤੇ ਬਲੈਸਿੰਗ ਹੈ। ਵਾਕਈ 'ਚ ਬਲੈਸਿੰਗ ਹੈ ਭਾਈ। ਜਿਨ੍ਹਾਂ ਦਾ ਰੈਸਪੀਟਰੀ ਸਿਸਟਮ ਆਪਣੇ ਆਪ ਵਧੀਆ ਚੱਲ ਰਿਹਾ ਹੈ, ਦੇ ਨੈਵਰ ਨੋਟਿਸ ਇਟ, ਦੇ ਨੈਵਰ ਪੇ ਅਟੈਂਸ਼ਨ ਟੂਵਰਡ ਇਟ। ਉਹਨਾਂ ਨੂੰ ਕੁਛ ਹੋਰ ਦਿਸਣਾ ਚਾਹੀਦਾ, ਕੁਛ ਹੋਰ ਪ੍ਰਾਪਤ ਹੋਣਾ ਚਾਹੀਦਾ। ਸੋ ਸਾਡੀ ਹਿਊਮਨ ਮਾਈਂਡ ਦੀ ਜਿਹੜੀ ਕ੍ਰੀਏਟਡ ਕੀਤੀ ਹੋਈ ਮਿਜ਼ਰੀ ਹੈ, ਜਾਂ ਜਿਹੜੀ ਸਿਚੁਏਸ਼ਨ ਹੈ, ਜਾਂ ਪ੍ਰੋਬਲਮਸ ਨੇ, ਉਹੀ ਸਾਡਾ ਟਰੈਪ ਆ। ਅਤੇ ਉਹਦੇ ਵਿੱਚੋਂ ਨਿਕਲਣ ਦਾ ਕੋਈ ਹੋਰ ਢੰਗ ਨਹੀਂ, ਸਿਰਫ ਵਿਜ਼ਨ ਵਾਸਟ ਕਰਨਾ ਪਏਗਾ, ਆਪਣੇ ਆਪ ਨੂੰ ਚਾਰ ਚੁਫੇਰੇ ਨਾਲ ਪ੍ਰੋਪਰਲੀ ਅੰਗੇਜ ਕਰਨਾ ਪਏਗਾ, ਮਦਰ ਨੇਚਰ ਦੇ ਇਸ ਵੱਡੇ ਲਾ ਨੂੰ ਸਮਝਣਾ ਪਏਗਾ ਜਿਹਨੂੰ ਅਸੀਂ ਧਰਮ ਕਹਿੰਦੇ ਹਾਂ, ਅਤੇ ਉਹਦੇ ਵਿੱਚ ਆਪਣੇ ਪ੍ਰੋਪਰ ਰੋਲ ਦੇ ਅਕੋਰਡਿੰਗਲੀ, ਡਿਸਿਪਲਿਨ ਦੇ ਅਕੋਰਡਿੰਗਲੀ ਜੀਣਾ ਪਏਗਾ। ਇਹਦੇ ਨਾਲ ਹੀ ਬੰਦੇ ਦੀ ਜਿਹੜੀ ਲਾਈਫ ਹੈ ਮੀਨਿੰਗਫੁਲ ਹੋਏਗੀ। ਇਹ ਬਿਲਕੁਲ ਸਿੰਪਲ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਹੈ। ਅੱਜ ਦੇ ਬਚਨ ਨੂੰ ਅਸੀਂ ਸ਼ੁਰੂ ਕਰਦੇ ਹਾਂ। ਮਹਾਰਾਜ ਬਿਆਨ ਕਰਦੇ ਨੇ, ਸ਼ਲੋਕ ਮਹੱਲਾ ਪਹਿਲਾ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ। ਜਿਨ ਰਚ ਰਚਨਾ ਹਮ ਕੀਏ, ਮੈਂ ਇਹਦੇ 'ਤੇ ਆ ਰਿਹਾ, ਇਹਨੂੰ ਆਈ ਵੁੱਡ ਲਾਈਕ ਟੂ ਐਕਸਪਲੇਨ ਔਰ ਅਟੈਂਪਟ ਟੂ ਐਕਸਪਲੇਨ। ਪਰ ਇਸ ਤੋਂ ਪਹਿਲਾਂ ਜਿਹੜਾ ਬਚਨ ਆਇਆ, ਵਾਹ ਖਸਮ ਤੂੰ ਵਾਹ। ਅੱਜ ਅਸੀਂ ਜਦੋਂ ਸਿਮਰਨ ਕਰਦੇ ਹਾਂ, ਤੇ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ, ਵਾਹਿਗੁਰੂ
ਵਾਹਿਗੁਰੂ। ਯੂ ਨੋ ਸਮਟਾਈਮ ਪੀਪਲ ਆਰਗੂ ਔਨ ਇਟ। ਇਹ ਤੇਰੀ ਗੁਰੂ ਗ੍ਰੰਥ ਸਾਹਿਬ 'ਚ ਆਏ ਬਹੁਤ ਥੋੜ੍ਹੀ ਵਾਰ ਆ, ਅਸੀਂ ਐਵੇਂ ਕਿਉਂ ਜਪਦੇ ਹਾਂ? ਵਾਹਿਗੁਰੂ ਦੀ ਜਗ੍ਹਾ ਰਾਮ ਰਾਮ, ਹਰੀ ਹਰੀ, ਪਾਰ ਬ੍ਰਹਮ ਪਰਮੇਸ਼ਰ, ਇਹ ਬੜੀ ਵਾਰੀ ਆਇਆ ਹੈ। ਇਸ ਕਿਸਮ ਦੇ ਆਰਗੂਮੈਂਟ, ਸਿਲੀ ਆਰਗੂਮੈਂਟਸ ਕਈ ਵਾਰੀ ਤੁਸੀਂ ਸੁਣਦੇ ਹੋ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਆਪੋ ਆਪਣੇ ਕਿਸੇ ਵੀਡੀਓ ਨੂੰ ਕਿਸੇ ਹਾਈਪ ਤੱਕ ਲਿਜਾਣ ਵਾਸਤੇ, ਸਪਰੈਡ ਕਰਨ ਵਾਸਤੇ ਐਵੇਂ ਦੀ ਗੱਲ ਕਰਨੀ ਬੜੀ ਲੋਕਾਂ ਨੂੰ ਸੋਭਦੀ ਹੈ। ਇਹਨੂੰ ਇਸ ਤਰ੍ਹਾਂ ਜਾਣੋ, ਜਦੋਂ ਅਸੀਂ ਐਵੋਲੂਸ਼ਨ ਦੀ ਗੱਲ ਕਰਦੇ ਹਾਂ, ਜਿਹੜੀਆਂ ਚੀਜ਼ਾਂ ਇਵੋਲਵ ਹੁੰਦੀਆਂ ਨੇ, ਇਹ ਮਦਰ ਨੇਚਰ ਦੇ ਲਾਅ ਦੇ ਵਿੱਚ ਪੋਸੀਬਿਲਿਟੀ ਕੁਦਰਤ ਕਰਨ ਵਾਲੇ ਨਹੀਂ ਪਾਈ ਹੈ। ਕਿਸ ਚੀਜ਼ ਤੋਂ ਸ਼ੁਰੂਆਤ ਹੁੰਦੀ ਹੈ, ਹੌਲੀ ਹੌਲੀ ਕਰਦਿਆਂ ਉਹਦੇ 'ਚ ਤਬਦੀਲੀ ਆਉਂਦੀ ਹੈ, ਸੁਧਾਰ ਆਉਂਦਾ ਹੈ, ਹਾਇਰ ਤੋਂ ਹਾਇਰ ਲੈਵਲ ਤੱਕ ਚੀਜ਼ਾਂ ਜਾਂਦੀਆਂ ਨੇ। ਵਕਤ ਦੇ ਨਾਲ ਉਹਨਾਂ 'ਚ ਬਹੁਤ ਸਾਰੇ ਚੇਂਜਸ ਵੀ ਤੁਸੀਂ ਦੇਖਦੇ ਹੋ। ਮਦਰ ਨੇਚਰ ਦੇ ਲਾਅ ਦੇ ਉਸ ਪ੍ਰੋਸੈਸ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਜਦੋਂ ਗੁਰੂ ਸਾਹਿਬ ਸਿੱਖ ਸਮਾਜ ਦੀ ਸਿਰਜਣਾ ਕਰਦੇ ਨੇ, ਸਿੱਖੀ ਸਕੂਲ ਆਫ ਥਾਟ ਨੂੰ ਪ੍ਰਜਵਲਿਤ ਕਰਦੇ ਨੇ, ਉਸਨੂੰ ਪ੍ਰਗਟ ਕਰਦੇ ਨੇ, ਉਹਦੀ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਰੈਵੋਲਿਊਸ਼ਨ ਹੁੰਦੀ ਉਸ ਰੂਪ ਦੇ ਵਿੱਚ, ਅਤੇ ਉਹਦੇ ਅੰਦਰ ਚੀਜ਼ਾਂ ਐਡ ਹੁੰਦੀਆਂ ਨਾਲ ਅੱਗੇ ਅੱਗੇ ਜਾ ਕੇ। ਆਪਾਂ ਗੁਰੂ ਨਾਨਕ ਸਾਹਿਬ ਨੂੰ ਗੁਰਬਾਣੀ ਦੇ ਵਿੱਚ ਮਹੱਲਾ ਪਹਿਲਾ ਦੇ ਰੂਪ ਵਿੱਚ ਪੜ੍ਹ ਰਹੇ ਹਾਂ। ਅਸੀਂ ਹੌਲੀ ਹੌਲੀ ਦੇਖਦੇ ਹਾਂ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੌਰ ਆਉਂਦਾ ਹੈ, ਅਤੇ ਉਹ ਜਦੋਂ ਰਚਨਾ ਰਚਦੇ, ਕਲਮ ਚਲਾਉਂਦੇ, ਅਤੇ ਉਹਨਾਂ ਦੀ ਉਹਦੇ ਉੱਤੇ ਅਸੀਂ ਪੜ੍ਹਦੇ ਹਾਂ ਪਾਤਸ਼ਾਹੀ 10ਵੀਂ। ਮਤਲਬ ਇੱਕ ਉਸ ਲੈਵਲ ਤੱਕ ਬਾਤ ਆ ਗਈ। ਹਾਲਾਂਕਿ ਗੁਰੂ ਸਾਹਿਬ ਨੂੰ ਵੀ ਪਾਤਸ਼ਾਹ ਕਿਹਾ ਜਾਂਦਾ, ਦੀਨ ਦੁਨੀ ਦੇ ਪਾਤਸ਼ਾਹ, ਪਰ ਚੀਜ਼ਾਂ ਇਵੋਲਵ ਹੋਈਆਂ। ਪਤਾ ਲੱਗਾ ਆਹ ਵਰਡ ਪਹਿਲੇ ਨਾਲੋਂ ਵੀ ਜ਼ਿਆਦਾ ਸੂਟੇਬਲ ਹੈ, ਇਹਦੇ 'ਤੇ ਆ ਜਾਈਏ ਹੁਣ। ਜਦੋਂ ਇੱਕ ਵਰਡ ਦੇ ਵਿੱਚ ਕਿਸੇ ਚੀਜ਼ ਨੂੰ, ਮਤਲਬ ਜਿਹਨੂੰ ਕਹਿੰਦੇ ਨਾ ਅਸੀਂ ਗੁਰ ਮੰਤਰ ਜਾਂ ਬੀਜ ਮੰਤਰ, ਉਸ ਇੱਕ ਲਫ਼ਜ਼ ਦੇ ਕਹਿਣ ਦੇ ਨਾਲ ਉਸ ਸਾਰੀ ਚੀਜ਼ ਦਾ ਟੇਸਟ ਹੋ ਜਾਏ, ਜਿਹਦੇ ਨਾਲ ਉਹਦੀ ਐਸੋਸੀਏਸ਼ਨ ਆ, ਇਹ ਹੈਗਾ ਮੂਲ ਰੂਪ, ਮੂਲ ਮੰਤਰ ਜਾਂ ਗੁਰ ਮੰਤਰ ਜਿਹਨੂੰ ਕਹਿ ਲਵੋ। ਜਦੋਂ ਸਿੱਖ ਆਸ਼ੇ ਦੇ ਵਿੱਚ ਵਾਹਿਗੁਰੂ ਕਿਹਾ ਗਿਆ, ਮੇਨ ਜੋ ਲੋਕ ਕਾਦਰ ਦੀ ਬਣਾਈ ਕੁਦਰਤ, ਤੇ ਕੁਦਰਤ ਨੂੰ ਸਮਝਣ ਵਾਲੇ ਸੁਚੱਜੇ ਗਿਆਨ ਦੇ ਉੱਤੋਂ ਆਪਣਾ ਆਪਾ ਕੁਰਬਾਨ ਕਰਦੇ ਨੇ, ਇਹ ਉਹਨਾਂ ਦੀ ਗੱਲ ਹੋ ਰਹੀ ਹੈ। ਵਾਹਿਗੁਰੂ, ਵਾਹ ਇੱਕ ਐਕਸਪ੍ਰੈਸ਼ਨ ਹੈ। ਜਦੋਂ ਸਾਡੇ ਕੋਲ ਵਰਡਸ ਨਹੀਂ ਹੁੰਦੇ, ਵੈਨ ਵੀ ਫੀਲ ਔਨ ਏ ਲੈਵਲ where we don't have any words, we are totally, you can say, speechless. That time we can say only one thing, wow, beyond explanation. ਇਹ ਜਿਹੜੀ ਚੀਜ਼ ਹੈ, ਇੱਥੇ ਬਾਤ ਆਈ, ਤੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵਰਡ ਯੂਜ਼ ਕੀਤਾ ਗਿਆ, ਵਾਰ-ਵਾਰ ਕੀਤਾ ਗਿਆ, ਇਹ ਨਾਲ ਹੀ ਚੱਲਿਆ। ਈਵਨ ਲਿਟਰਲੀ ਤੌਰ ਤੇ ਸ਼ਬਦ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ, ਸੋ ਸਤਿਗੁਰ ਧੰਨ ਧੰਨ ਜਿਨ ਹਰਸਿਓ ਦੌੜਿਆ, ਸੋ ਸਤਿਗੁਰੂ ਵਾਹ ਵਾਹ ਜਿਨ ਭਰਮਗੜ ਤੋੜਿਆ। ਕਿਆ ਇਹੋ ਜਿਹੇ ਗੁਰੂ ਨੂੰ ਧੰਨ ਕਹੋ, ਵਡਿਆਈ ਕਰੋ, ਸਤੁਤੀ ਕਰੋ, ਤਾਰੀਫ ਕਰੋ। ਦੇਖੋ ਇੱਕ ਚੀਜ਼ ਹੋਰ ਇਹਦੇ ਨਾਲ ਐਡ ਕਰੀਏ, ਬਿਲਕੁਲ ਪ੍ਰੈਕਟੀਕਲ ਸਾਈਡ ਤੋਂ, ਉਹ ਦੁਨੀਆ ਜਿਹਦੇ 'ਚ ਅਸੀਂ ਰੋਜ਼ ਰਹਿੰਦੇ ਹਾਂ, ਜਿਹਦੇ ਬਾਰੇ ਸਾਨੂੰ ਜ਼ਿਆਦਾ ਪਤਾ ਆ। ਫੈਮਿਲੀ ਵਿੱਚ 4, 5, 10 ਮੈਂਬਰ ਨੇ, ਇੱਕ ਮੈਂਬਰ ਉਹਨਾਂ 5 ਮੈਂਬਰਸ ਦੇ ਵਿੱਚੋਂ ਜਾਂ 6 ਮੈਂਬਰਸ ਦੇ ਵਿੱਚੋਂ ਐਕਸਟਰਾ ਐਫਰਟ ਪਾਉਂਦਾ ਆ, ਫੈਮਿਲੀ ਨੂੰ ਪਲੀਜ਼ ਕਰਨ ਵਾਸਤੇ, ਫੈਮਿਲੀ ਨੂੰ ਕੰਫਰਟ ਦੇਣ ਵਾਸਤੇ, ਫੈਮਿਲੀ ਨੂੰ ਕੋਈ ਇੱਜ਼ਤ ਦੇਣ ਵਾਸਤੇ, ਮਾਣ ਦੇਣ ਵਾਸਤੇ। ਅਤੇ ਦੂਜੇ ਜਿਹੜੇ ਉਹ 4-5 ਮੈਂਬਰ ਨੇ ਫੈਮਿਲੀ ਦੇ, ਉਹਦੇ ਕੰਟਰੀਬਿਊਸ਼ਨ ਨੂੰ ਰਿਕਗਨਾਈਜ਼ ਨਹੀਂ ਕਰਦੇ, ਉਸਨੂੰ ਉਹ ਸਲਾਹੁੰਦੇ ਨਹੀਂ, ਉਸਨੂੰ ਉਹ ਕਿਸੇ ਤਰੀਕੇ ਦੇ ਨਾਲ ਉਹਦੀ ਗਲੋਰੀ ਨੂੰ, ਉਹਨੂੰ ਵਡਿਆਉਣ ਵਾਲੇ ਪਾਸੇ ਨਹੀਂ ਜਾਂਦੇ। ਹੋਏਗਾ ਕੀ? ਉਹ ਮੈਂਬਰ ਡਿਸਅਪੁਆਇੰਟ ਹੋਏਗਾ। ਅਤੇ ਇਕੱਲਾ ਉਹ ਮੈਂਬਰ ਡਿਸਅਪੁਆਇੰਟ ਨਹੀਂ ਹੋਏਗਾ, ਦੂਜਿਆਂ ਦੇ ਵੀ ਮਨ ਵਿੱਚ ਆਉਣਾ ਸ਼ੁਰੂ ਹੋਏਗਾ, ਕੋਈ ਫਾਇਦਾ ਨਹੀਂ ਕਰਨ ਦਾ, ਉਹਨੂੰ ਕੀ ਮਿਲਿਆ ਕਰਕੇ।
इथों टोटल जिहड़ा सारे का सारा चंगा हो सकण दी एबिलिटी, चंगा हो सकण दा वो सारा रंग है, वो फिक्का पैना शुरू हो जाता। आ रूप है समाज विच। जदों चंगियां दी, चंगियाइयां दी सिफत खत्म हो जाती है, उदों समाज दे विच बुरे ते बुराइयां ये अपने आप वधदियां ने। गुरु साहब एवें नहीं लिख देंदे, जिसनों बख्शे सिफत साला। हुण सिफत किहदी करोगे, सलाहता किहदी करोगे, वडियाई किहदी करोगे? समाजां दे विच जदों चंगियाई नूं, अच्छाई नूं, गुणां नूं वडियाया जाएगा, समाज चों वधेगा, प्रफुल्लित होएगा। यही सिमरन है। जदों तुसीं उस नूं सलाहोगे नहीं, वैरी सिंपल थिंग अज दी दुनिया च क्या जांदा है, जे कोई तुहाडे वास्ते आपां इत्थों निकलदे हां, कोई साडे लई डोर खोल दिंदा है। साडे इत्थे नॉर्थ अमेरिकन या कैनेडियन कल्चर च की एक्सपैक्ट किया जाता है, उन्होंने सानू कहना पेगा थैंक यू, वी आर शोइंग सम सॉर्ट ऑफ ग्रैटिट्यूड, वी आर वेरी ग्रेटफुल, यू हेल्प मी टू कम आउट विदाउट एनी obstacle from this suchly door, thanks, you are providing me some sort of comfort, some sort of ease। इतनी की बात जे बंदा कहे किड्डी वड्डी गल करती, दरवाजा ही खोलिया ना, हू केयर ना खोलदा, ठीक है भाई, ये एटीट्यूड वधदा जाएगा। हौली हौली की होएगा, जिवें एक रंग होर कह दिया मैं, असीं कहने आ कैनेडा अमेरिका आके नथिंग इज़ फ्री ओवर हेयर, कुछ भी मुफ्त नहीं हैगा, सब काहे ते फीस लगी है, टैग लगे ने। सच्चाई ये है, ये मुल्खां दा वड्डा सिस्टम जिहड़ा है वो वॉलंटियर वर्क ते बिल्ड होया है। जिवें जिवें समाज दे डेमोग्राफिक्स बदले ने, वो वॉलंटियर सर्विस करने वाला जिहड़ा पक्ष सीगा वो घटना शुरू हो गया। सोसाइटी नू बिल्कुल इंटरनल साइड तो समझने वाले लोगों ने कहा नो 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 दैट्स नॉट एक्चुअली गुड प्रैक्टिसेस, सो व्हाट टू डू, उन्होंने कुछ चीज़ां फोर्सफुली इंट्रोड्यूस कीतियां, जिवें यंग बच्चों वास्ते तुसी यूनिवर्सिटी जाना है, तुसी कॉलेज जाना है, वॉलंटियर लैटर प्रोवाइड करो सानू आवर्स दा। पहले एवें नहीं सीगा, पहले अपने आप हुंदा सीगा। ईवन लोग एक लैवल तक जॉब करते, कुछ करते, उस तो बाद पता लगता ओके भी हुण मेरा, मैं अपनी उस तरीके नाल कंट्रीब्यूट तो नहीं करांगा, पर मैं हुण वॉलंटियर आवर करांगा। हॉस्पिटल चले गए, फायर फाइटर्स दे नाल चले गए, होर जगह ते चले गए, किसी होर सोशल और कॉज विच लग गए। ये सब चीज़ां नाल नाल रहियां। इस सारे दे बदले विच की मिलदा सीगा? एप्रीशीएशन, वडियाई। वाह, जदों वो वडियाई घटनी शुरू हो गई, रिकग्निशन नहीं हो रही ਉਹਦੀ, अल्टीमेटली चीज़ां एलिमिनेट हो गई। हुण जदों अकाल पुरख वाहिगुरू की गल करते हैं असीं, गुरु महाराज बार बार कहिंदे बलिहार जाओ दे तो, शब्द पढ़ते हैं बलिहारी कुदरत वसिया तेरा अंत ना जाई लखिया। कुदरत तो बलिहार जा रहा मैं कुदरत बनाने वाले तो बलिहार जा रहा। ठीक है जी। कुदरत तो बलिहार किवें जाएगा? बिरखां तो, बूटियां तो, फुल्लां तो, इन्हां तो बलिहार जाएगा। मतलब कुछ कंट्रीब्यूट करेगा। अज फोर्सफुली कहना पै रहा ट्रीज लगाओ, मदर नेचर नूं बचाउण वास्ते कुछ एफर्ट पाओ। जिहड़ा बंदा यह कहंदा मैं बलिहार जाना जी, सॉरी टू से, जपजी साहब चढ़दी सवेर कोई शख्स पढ़ता है, पवन गुरु पानी पिता माता तरत महत, दिवस रात दोए दाई दाया खेलै सगल जगत। भले बंदे कुछ तो कंट्रीब्यूट करना चाहिए उस पवन लई, उस धरत लई, उस सारी चीज़ लई। कला वाह कहना इनफ नहीं हैगा। वाह कहने का मतलब है उस चीज़ की तुसी वैल्यू नूं समझ रहे हो, तो जो ਉਹਦੀ वैल्यू नूं समझ रहे हो, जो लोग ਉਹਦੇ 'ਚ कंट्रीब्यूट कर रहे हैं उन्हों की वैल्यू नूं भी समझ रहे हो तुसी। तो जो उन्हों की सिफत सलाह होएगी, मतलब रब की सिफत सलाह होएगी,
बहुत डीप लैवल ते सिੱਖੀ ਦਾ ਆਸ਼ਾ ਹੈ। ਇਸ ਕਰਕੇ ਉਹ ਸਿੱਖਿਆ ਜਿਹੜੀ ਸਾਨੂੰ ਇਸ ਪਾਸੇ ਲੈ ਕੇ ਜਾਏ ਉਹ ਗੁਰੂ ਹੈ। ਤੇ ਸਿੱਖ ਨੂੰ ਕਿਹਾ ਗਿਆ ਉਹਨੂੰ ਵਾਹਿਗੁਰੂ ਕਹੇ ਇਹ ਸਿੱਖਿਆ, ਇਹ ਸੋਚ, ਇਹ ਖਿਆਲ, ਇਹ ਇੰਸਟੀਟਿਊਸ਼ਨ, ਇਹ ਜਿਹੜਾ ਸਾਰੇ ਦਾ ਸਾਰਾ ਪਾਥ ਆ, ਰਾਹ ਆ, ਇਹ ਵਡਿਆਉਣ ਯੋਗ ਹੈ, ਸਲਾਹੁਣ ਯੋਗ ਹੈ। ਵਾਹ, ਇਹ ਚੀਜ਼ ਹੈ। ਇਸ ਅੰਡਰਸਟੈਂਡਿੰਗ ਦੇ ਨਾਲ ਜਦੋਂ ਗੁਰਮਤਿ ਸਕੂਲ ਵਿੱਚ ਅਸੀਂ ਉਤਰਦੇ ਹਾਂ, ਚੀਜ਼ਾਂ ਬਹੁਤ ਸਾਰੀਆਂ ਸਾਨੂੰ ਸਪਸ਼ਟ ਹੋ ਜਾਂਦੀਆਂ ਨੇ। ਗੁਰੂ ਨਾਨਕ ਮਹਾਰਾਜ, ਅੱਜ ਦਾ ਜਿਵੇਂ ਸ਼ਬਦ ਹੈ, ਵਾਹ ਖਸਮ, ਬਣਾਉਣ ਵਾਲੇ ਦੀ ਗੱਲ ਹੋ ਰਹੀ ਹੈ। ਜੋ ਬਣਿਆ ਹੈ ਉਹਦੀ ਤੇ ਵਡਿਆਈ ਹੈ, ਬਣਾਉਣ ਵਾਲੇ ਦੀ ਵਡਿਆਈ ਹੈ। ਪੂਰਾ ਸ਼ਬਦ ਅਗਲਾ ਸੈਕਿੰਡ ਸ਼ਲੋਕ ਵੀ ਇਹਦੇ ਨਾਲ ਬਿਲਕੁਲ ਰਿਲੇਟ ਕਰੇਗਾ। ਗੁਰੂ ਸਾਹਿਬ ਕਹਿੰਦੇ ਤੂੰ ਕੀਤੇ ਨੂੰ ਵੇਖ ਤੇ ਕਰਨਹਾਰ ਨੂੰ ਵੀ ਵੇਖ, ਕੀਤੇ ਨੂੰ ਸਰਾਹ ਤੇ ਕਰਨਹਾਰ ਨੂੰ ਵੀ ਸਰਾਹ। ਤੇ ਜੋ ਉਸ ਕੀਤੇ ਤੇ ਕਰਨਹਾਰ ਦੀ ਇਹ ਸਾਰੀ ਵਡਿਆਈ ਨੂੰ ਸਮਝਦਾ ਤੇ ਉਹਦੇ 'ਚ ਸਹੀ ਤਰੀਕੇ ਨਾਲ ਕੰਟਰੀਬਿਊਟ ਕਰਦਾ, ਉਹਨੂੰ ਵੀ ਸਰਾਹ, ਉਹਦੇ ਨਾਲ ਵੀ ਜੋੜ ਆਪਣੇ ਆਪ ਨੂੰ। ਤੇ ਇੱਕ ਲੈਵਲ ਤੇ ਐਸਾ ਆਏ, ਉਨਮਨ ਦੀ ਗੱਲ ਹੋਏਗੀ ਇਹਦੇ 'ਚ, ਇੱਕ ਐਸੀ ਮਨ ਦੀ ਦਸ਼ਾ, ਮਨ ਇਹ ਹਾਲਤ ਐਸੀ ਹੈ ਕਿ ਬਹੁਤ ਬਾਹਰ ਮੁਖੀ ਹੈ। ਬਾਹਰ ਮੁਖੀ ਇਸ ਤਰੀਕੇ ਨਾਲ ਹੈ, ਆਪਾਂ ਜਾਣਦੇ ਹਾਂ ਰਸਤਾ ਨਿਹਾਰਦੇ ਹਾਂ ਅੱਖਾਂ ਦੇ ਨਾਲ, ਅੱਖਾਂ ਸਾਨੂੰ ਰਾਹ 'ਤੇ ਵਿਖਾ ਰਹੀਆਂ ਨੇ, ਠੋਕਰ ਨਾ ਲੱਗ ਜੇ ਤੁਰ ਰਹੇ ਹਾਂ, ਨਾਲ ਰੰਗ ਵਿਖਾ ਰਹੀਆਂ ਨੇ ਵੱਖਰੇ ਵੱਖਰੇ, ਕਿਸੇ ਦਾ ਪਾਇਆ ਕੱਪੜਾ ਦਿਸਦਾ ਹੈ, ਕਿਸੇ ਦੀ ਚਲਾਉਂਦੀ ਕਾਰ ਦਿਖਦੀ ਹੈ, ਕਿਸੇ ਦਾ ਕੁਛ। ਮਨ ਇੱਕਦਮ ਕਹਿੰਦਾ ਹੈ ਇਹ ਮੇਰੇ ਕੋਲ ਹੋਣਾ ਚਾਹੀਦਾ ਹੈ, ਇਹਦਾ ਮਾਲਕ ਬਣ ਜਾਵਾਂ ਮੈਂ, ਆਹ ਮਿਲ ਜਾਏ ਮੈਨੂੰ, ਆਹ ਮਿਲ ਜਾਏ। ਇਹ ਭੁੱਖ ਹੈ। ਇਹ ਸਿਮਰਨ ਲਗਾਤਾਰ ਚੱਲ ਰਿਹਾ। ਇਸ ਸਮ੍ਰਿਤੀ ਦੇ ਵਿੱਚ ਮਨ ਲਗਾਤਾਰ ਇੱਕ ਲੈਵਲ 'ਤੇ ਇੱਥੇ ਚਲਾ ਜਾਂਦਾ ਹੈ ਕਿ ਕਈ ਵਾਰੀ ਉਹਨੂੰ ਸਹੀ ਚੀਜ਼ਾਂ ਭੁੱਲ ਜਾਂਦੀਆਂ ਨੇ। ਆਪ ਦੇਖੋਗੇ, ਆਪ ਸਕੂਲਾਂ 'ਚ ਪੜ੍ਹੇ ਹੋਵੋਗੇ, ਯੂਨੀਵਰਸਿਟੀ ਕਾਲਜ ਪੜ੍ਹੇ ਹੋਵੋਗੇ ਜਾਂ ਪੜ੍ਹ ਰਹੇ ਹੋਵੋਗੇ, ਤੁਸੀਂ ਕੋਈ ਲੈਕਚਰ ਅਟੈਂਡ ਕਰਦੇ ਹੋ, ਬਹੁਤ ਕੰਮ ਦੀਆਂ ਗੱਲਾਂ 10, 15, 20, 50, 100 ਤੁਹਾਡਾ ਪ੍ਰੋਫੈਸਰ, ਤੁਹਾਡਾ ਇੰਸਟਰਕਟਰ ਤੁਹਾਨੂੰ ਦਿੰਦਾ ਆ ਅਤੇ ਬੜੇ ਸੋਹਣੇ ਢੰਗ ਦੇ ਨਾਲ ਉਹ ਸਮਝਾਉਂਦਾ ਆ, ਐਲੈਬੋਰੇਟ ਕਰਦਾ ਆ। ਤੁਸੀਂ ਲੱਗਦਾ ਤੁਸੀਂ ਮੈਸੇਜ ਜਿਹੜਾ ਉਹ ਗ੍ਰੈਬ ਕਰ ਲਿਆ, ਤੁਸੀਂ ਉਸ ਨੂੰ ਗ੍ਰਾਸਪ ਕਰ ਲਿਆ ਉਸ ਲੈਵਲ 'ਤੇ। ਬਾਹਰ ਨਿਕਲੇ 2 ਘੰਟੇ 4 ਘੰਟੇ ਬਾਅਦ, ਇੱਕ ਦਿਨ ਦੂਜੇ ਦਿਨ, ਉਹਦੇ 'ਚੋਂ 10% ਇਨਫੋਰਮੇਸ਼ਨ ਰਹਿ ਗਈ, ਬਾਕੀ ਸਾਰੀ ਚਲੀ ਗਈ। ਇਹ ਕੀ ਹੋਇਆ? ਐਕਚੁਅਲੀ ਜਿਵੇਂ ਆਪਾਂ ਕਿਤੇ ਕੰਪਿਊਟਰ ਦੀ ਡਿਸਕ ਦੇਖਦੇ ਹਾਂ ਜਾਂ ਕੋਈ ਵੀ ਮੈਮਰੀ ਕਾਰਡ ਦੇਖਦੇ ਹਾਂ, ਉਹ ਤੇ ਪਿਆ ਤੇ ਹੈ, ਪਰ ਉਹ ਪਿਆ ਤਾਂ ਰਹਿ ਸਕਦਾ ਜੇ ਕੋਈ ਹੋਰ ਚੀਜ਼ ਉਹਦੇ ਉੱਤੇ ਆ ਕੇ ਉਸ ਜਿਹੜਾ ਉਹਦਾ ਸਪੇਸ ਆ ਉਹਨੂੰ ਆਕੂਪਾਈ ਨਹੀਂ ਕਰਦੀ। ਸਾਡਾ ਮਨ ਇਤਨਾ ਖਿੰਡਿਆ ਆ, ਨਿਕਲਦਾ ਆ, ਹੋਰ ਚੀਜ਼ਾਂ ਇੱਧਰੋਂ ਉੱਧਰੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਹੜੀ ਇਨਫੋਰਮੇਸ਼ਨ ਬਹੁਤ ਜ਼ਰੂਰੀ ਸੀ, ਬੜੀ ਲੋੜੀਂਦੀ ਸੀ, ਬੜੀ ਲਾਜ਼ਮੀ ਸੀ, ਉਹ ਵਿੱਚੋਂ ਡਿਲੀਟ ਹੋ ਜਾਂਦੀ ਹੈ ਆਪਣੇ ਆਪ। ਇਹਨੂੰ ਕਹਿੰਦੇ ਅਸੀਂ ਲੈਕ ਆਫ ਕੰਸਨਟ੍ਰੇਸ਼ਨ। ਜਿੱਥੇ ਬੰਦੇ ਦਾ ਚਿੱਤ ਹੋਣਾ ਚਾਹੀਦਾ ਉੱਥੇ ਨਹੀਂ ਗਾ, ਕਿਤੇ ਹੋਰ ਜਾ ਰਿਹਾ ਇਸ ਰੂਪ ਦੇ ਅੰਦਰ। ਫਿਰ ਬੇਨਤੀ ਕਰਾਂਗਾ, ਇਹਦੇ ਲਈ ਡਿਫਰੈਂਟ ਮਕੈਨਿਜ਼ਮ ਨੇ, ਡਿਫਰੈਂਟ ਸਟ੍ਰੈਟਜੀਜ਼, ਮੈਥਡਸ ਲੋਕ ਯੂਜ਼ ਕਰਦੇ ਨੇ, ਪਰ ਸਭ ਤੋਂ ਕਾਰਗਰ ਮੈਥਡ ਜਿਹੜਾ ਗੁਰਮਤਿ ਨੇ ਸਿਖਾਇਆ ਉਹ ਹੈ ਮਨ ਦੀ ਦੁਨੀਆ ਤੇ ਬਾਬਤ ਆਪਣੇ ਆਪ ਨੂੰ ਐਜੂਕੇਟ ਕਰ ਲੈਣਾ। ਜਿਤਨੇ ਡੀਪ ਲੈਵਲ ਤੇ ਇਹਦੀ ਸਮਝ ਆ ਜਾਏਗੀ, ਉਨਮਨ ਤੱਕ ਪਹੁੰਚ ਜਾਓਗੇ। ਇੱਕ ਐਸੀ ਅਵਸਥਾ ਦੇ ਵਿੱਚ ਜੋ ਚਾਹੋਗੇ, ਜੋ ਸਹੀ ਰੂਪ ਵਿੱਚ ਹੋਣਾ ਚਾਹੀਦਾ, ਮਨ ਉਹੀ ਪਕੜੇਗਾ, ਦੂਜਾ ਨਾ ਪਕੜੇਗਾ, ਨਾ ਉਸ ਪਾਸੇ ਜਾਏਗਾ। ਇਹਨੂੰ ਕਿਹਾ ਗਿਆ ਸੀਗਾ ਕਿ ਸਭ ਮੈਂ ਕਾਲ, ਸਭਨ ਕੋ ਕਾਲ, ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਏਕ ਚਿੱਤ, ਇੱਕ ਛਿਨ, ਜ਼ਿਆਦਾ ਵੀ ਨਹੀਂ ਚਾਹੀਦਾ। ਪਰ ਜਦੋਂ ਇੱਕ ਵਾਰੀ ਇਤਨੀ, ਇਹ ਫਿਰ ਮੈਂ ਬੇਨਤੀ ਕਰਾਂ, ਇਹ ਚੀਜ਼ ਐਵੇਂ ਨਹੀਂ ਆਈ ਤੇ ਚਲੀ ਗਈ ਨਾ,
ये तो जस्ट एक कई बार बंदे नूं इस तरीके दे जिन्हों कह लो कि हिपनोसिस होंदे ने, जो वाकई च इहदे नाल रिलेशनशिप बन जाती है, फिर एक बारी चीज़ आउंदी है कमा के हौली हौली अर्न करके, फिर वो पक्की हो जाती है, फिर इतनी सॉलिड हो जाती है कि काल फास पता की है, ये काल का तमाशा सारा, ये जिहड़ा हैगा सर्व काल का किया तमाशा, सारा काल ने तमाशा किया, सारा काल ही है, समय का चक्कर चलता। हुण चीज़ां याद अगले पल भुल गई, हुण इत्थे अगले पल इत्थे चला गया, इस तरीके नाल डिस्ट्रैक्शन हो रही है। ये फिर उसदे चों बाहर आ जाता है, उन्मन अवस्था ये है। ये काल जई या कालमई नहीं रहिंदा, असल दे उस अकाल प्रस्तगी च आ जाता। ये अकाल है, ये एक्चुअली वो है प्रस्तगी जिहड़ी गुरु बाबा जी कहिंदे उत्थे चला गया। पर होएगी बात एजुकेशन के जरिए, उस अपने आपे नूं समझ के, समझा के, एहसास के, एक्सपीरियंस करके, तो फिर उस लैवल ते आके जिथे तुहाडे अंदरों एक एक्सप्रैशन आवे, तो एक्सप्रैशन सिर्फ ये वर्ड्स ना होण, वव्वा वव्वे नूं कन्ना हा हा ला के वाह कला ये नहीं गा। दिस इज ए एक्सप्रैशन विच इज कमिंग विद होल फीलिंग्स। समटाइम पीपल से नो नो नो, यू नो तेनों कहना नहीं आता, हाउ टू से, आई विल टीच यू, इथों कह, इस तरह कह। ये मैकेनिज्म नहीं है कला, इट्स होल स्टेट ऑफ माइंड। उस प्रोसैस नूं तुसीं जिउं सको, माण सको। खैर, एंड देयर इज नो डिफरेंस बिटवीन गुरु नानक साहब एंड गुरु गोबिंद सिंह साहब। यू कैन सी इन दिस शब्द ईजीली। गुरु गोबिंद सिंह साहब ने सानू कम्यूनिटी के तौर पर सारा कुछ दिता, क्योंकि वो पंथ की उस सिरजना दे विच लास्ट जिहड़ी ने टचअप्स दे रहे हैं। सिख नूं मिले ग्रीटिंग्स होण सांझे। वाहगुरु वाहिगुरु जी का खालसा, वाहिगुरु जी की फतेह। वाहगुरु का नाम लैना आ, मतलब उस चीज़ नूं सानू दस्या गया, आ है साडी मंजिले मकसूद। इस एक्सप्रैशन नूं असीं इत्थों तक पहुंचना आ। अज गुरु नानक साहब बयान करदे, वाह खसम तू वाह, हे खसम हे मालक तू वाह है। मेरे अंदरों वो चीज़ आ गई है, बिल्कुल उस लैवल ते मन की दशा दे विच मैनूं एहसास हो गया, बंतर ते बंतर नूं बनाउण वाला कमाल ही है। मैं इस कैपेबल हो रहा, मैं उसकी वडियाई, मैं उसकी सिफत, मैं उसके गुण नूं वेख सकां, उसकी कदर कर सकां। वाह वाह खसम तू वाह, जिन रच रचना हम किए। हम होने ही नहीं सीगे, सानू रचिया तू, क्या रचना की है तू। शब्द पढ़ते, रमैया के गुण चेत पुरानी, कवन मूल ते कवन दृष्टानी, जिन तू साज सवार शिंगारिया। जिवें असीं अज दी दुनिया भी देखिए, बच्चा मैडिकल पढ़ता आ, लाइफ साइंसिस पढ़ता आ, बायोलॉजी पढ़ता आ, मतलब जिवें जिवें पढ़ेगा मल्टीपल लैवल दे उहदे अंदर उहदा एक्सप्रैशन का भाव आएगा। जिवें रीसेंटली अज दे एजुकेशन सिस्टम के उत्ते बहुत सारे सवाल चुके लोगों ने। ये नहीं कि एजुकेशन सिस्टम माड़ा, बहुत कमाल दा आ, बड़ी डिस्कवरी की, बहुत कुछ नवा लिया, पर मनुख नूं उस एजुकेशन, उस ज्ञान, उस समझ, उस सोझी नाल जोड़न लई जिहड़ी एक लिवरेज लियांदी गई है, मीन एक जिहड़ा उहदे विचों प्राप्ति का रंग दिता गया है, वो सिर्फ आर्थिक है। नरोल जो आर्थिक हुंदा बड़ा स्वार्थी हुंदा है। बच्चा किताबां दे ढेर पढ़ जाता, इतना कुछ समझ जाता अंदरले साडे जो चल रहा ऑर्गनस बारे, साडे बॉडी सैल्स बारे, ये हर चीज़ बारे, वो सब कुछ उसनूं सिर्फ एक स्किल तक उस रूप में मुयसर रह जाता है। वो एहसास नहीं कर पाता, कमाल ही है। वो सारी
ਜੋ ਉਹ ਸਾਰਾ ਮਕੈਨਿਜ਼ਮ, ਉਹ ਸਾਰੀ ਮਸ਼ੀਨਰੀ, ਉਹ ਸਭ ਚੀਜ਼ਾਂ ਕੰਮ ਕਰ ਰਹੀਆਂ ਨੇ, ਉਹਨੂੰ ਉਸ ਲੈਵਲ ਤੇ ਉਹਦੀ ਵਡਿਆਈ ਨੂੰ ਜਿਹੜਾ ਉਹ ਕਈ ਵਾਰੀ ਮਾਈਨਸ ਕਰ ਜਾਂਦਾ। ਜਦੋਂ ਮਾਈਨਸ ਹੋ ਜਾਂਦੀ ਏ ਫਿਰ ਉਹ ਕੰਮ ਤੇ ਸਾਰੇ ਕਰੀ ਜਾਂਦਾ, ਪਰ ਐਕਚੁਅਲੀ ਜਿਹੜੀ ਮਾਈਂਡਫੁਲਨੈਸ ਦੀ ਗੱਲ ਕੀਤੀ ਸੀ ਨਾ, ਉਹਨੂੰ ਇੰਜੋਏ ਨਹੀਂ ਕਰ ਪਾਉਂਦਾ, ਫਿਰ ਉਹ ਰਹਿ ਜਾਂਦਾ ਵਿੱਚੋਂ। ਗੁਰੂ ਬਾਬਾ ਜੀ ਬਿਆਨ ਕਰਦੇ, ਤੂੰ ਕੀਤੇ ਨੂੰ ਵੇਖ, ਤੂੰ ਕਰਨਹਾਰ ਨੂੰ ਵੇਖ, ਤੂੰ ਵੇਖ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਰੱਬ ਦੀਆਂ ਮੂਰਤੀਆਂ ਬਣਾ ਕੇ ਪੂਜਾ ਨਾ ਕਰ, ਉਹਦੀਆਂ ਬਣਾਈਆਂ ਮੂਰਤੀਆਂ ਦੀ ਕਦਰ ਕਰ। ਤੂੰ ਉਹਦੀਆਂ ਬਣਾਈਆਂ ਮੂਰਤੀਆਂ ਦਾ ਉਹ ਰੰਗ ਦੇਖ, ਉਹ ਡਾਇਵਰਸਿਟੀ ਦੇਖ, ਉਹਦੀ ਜੋ ਸਾਰੇ ਦਾ ਸਾਰਾ ਉਹ ਮਿਸਟਿਕ ਲੈਵਲ ਹੈ, ਉਹਨੂੰ ਦੇਖ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਦਾਤਾ ਤੈਨੂੰ ਕਿਵੇਂ ਵੇਖਾਂ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਦੋਏ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਹ ਚਲਤ ਮੋਹੀ। ਜਦੋਂ ਮੈਂ ਤੇਰੇ ਆਹ ਚਲਨ ਵੇਖੇ ਨਾ, ਮੈਂ ਮੋਹਿਆ ਗਿਆ, ਮੇਰੇ ਕੋਲ ਕੰਟਰੋਲ ਹੀ ਨਹੀਂ ਹੈਗਾ ਹੁਣ। ਮੈਂ ਤੇਰੇ ਸਾਰੇ ਰੰਗ ਨੂੰ, ਇਸ ਸਾਰੇ ਕਰਤੇ ਦੀ ਕੁਦਰਤ ਦੇ ਇਸ ਕਾਰਜਸ਼ੀਲ ਸਾਰੇ ਰੰਗ ਦੇਖ ਕੇ ਮੈਂ ਬਲਿਹਾਰ ਹਾਂ। ਇਹ ਭਗਤੀ ਹੈ, ਇਹ ਬੰਦਗੀ ਹੈ, ਇਹ ਦਾਤ ਐਕਚੁਅਲੀ ਜੇ ਕਵਾਂ ਇਸ ਰੂਪ ਦੇ ਵਿੱਚ। ਤੇ ਸਾਹਿਬ ਨੇ ਕਿਹਾ, ਵਾਹ ਖਸਮ ਤੂੰ ਵਾਹ, ਜਿਨ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ। ਮੈਟਾਫੋਰ, ਇੱਕ ਮਿਸਾਲ ਹੀ ਦਿੱਤੀ ਐਕਚੁਅਲੀ ਇੱਥੇ ਮੈਟਾਫੋਰਿਕ ਵੇ ਦੇ ਨਾਲ। ਕਿਆ ਦੇਖ ਧਿਆਨ ਨਾਲ, ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ। ਜੀਵਨ ਪਾਣੀ ਹੈ, ਸਮੁੰਦਰ ਉਛਲ ਰਹੇ ਨੇ, ਸਾਗਰ, ਲਹਿਰਾਂ, ਸਮੁੰਦ, ਸਰ, ਝੀਲਾਂ, ਡਿਫਰੈਂਟ ਜਿਹੜੀਆਂ ਨੇ ਵਾਟਰ ਬਾਡੀਜ਼, ਵੇਲ ਵਰਸ ਵਰਾ। ਕਿਸ ਤਰੀਕੇ ਨਾਲ ਬਰਸਣ ਵਾਲੀਆਂ ਕਾਲੀਆਂ ਘਟਾਵਾਂ ਵਰਾਹ ਵਰ ਰਹੀਆਂ ਨੇ। ਇੱਕੋ ਐਗਜ਼ਾਮਪਲ ਹੋਰ ਕੀਤੀ ਹੈ ਇਹਦੇ 'ਚ। ਆਪਾਂ ਕਿਸ ਚੀਜ਼ ਨੂੰ ਦੇਖੀਏ, ਮੈਂ ਕਿਹਾ ਸਾਇੰਸ ਪੜ੍ਹਦੇ ਹੋ, ਸਾਇੰਸ ਕੁਦਰਤ ਦੀ ਸਮਝ ਨੂੰ ਸਾਡੇ ਤੱਕ ਪਹੁੰਚਣ 'ਚ ਮਦਦ ਕਰਦੀ, ਕੁਦਰਤ ਦੀ ਸਾਰੇ ਪ੍ਰੋਸੈਸ ਨੂੰ ਸਾਡੇ ਤੱਕ ਸਮਝਣ 'ਚ ਮਦਦ ਕਰਦੀ ਹੈ। ਹੁਣ ਤੁਸੀਂ ਪਾਣੀ ਨੂੰ ਦੇਖੋ, ਆਪਨੇ ਕਦੀ ਇੱਕ ਤਜਰਬਾ ਸਕੂਲਾਂ 'ਚ ਕੀਤਾ ਹੋਵੇਗਾ ਕਦੇ, ਮੈਂ ਵੀ ਉਹ ਕੀਤਾ ਤਾਂ ਨਹੀਂ, ਪੜ੍ਹਿਆ ਜ਼ਰੂਰ ਹੈ। ਉਹ ਕਹਿੰਦੇ ਨੇ ਕਿ ਸਮੁੰਦਰ ਖਾਰਾ ਕਿਉਂ ਹੈ, ਵਾਈ ਓਸ਼ਨ ਵਾਟਰ ਇਜ਼ ਸੋ ਸਾਲਟੀ। ਉਹ ਕਹਿੰਦੇ ਦਾ ਰੀਜ਼ਨ ਇਹ ਹੈਗਾ ਕਿ ਜੋ ਤੁਸੀਂ ਪਾਣੀ ਲਵੋ, ਬਟ ਕਿਸੇ ਇੱਕ ਜਿਹੜਾ ਹੈਗਾ ਪਤੀਲੇ ਵਿੱਚ, ਉਹਦੇ 'ਚ ਥੋੜ੍ਹਾ ਜਿਹਾ ਲੂਣ ਐਕਸਟਰਾ ਆਪਣੇ ਹੱਥ ਨਾਲ ਚੱਕ ਕੇ ਪਾ ਲਓ, ਉਹਨੂੰ ਪਾਣੀ ਦੇ ਉੱਤੇ, ਉਹ ਅੱਗ ਦੇ ਉੱਤੇ ਉਬਲਣ ਲਈ ਰੱਖ ਦਿਓ। ਜਦੋਂ ਉਬਲੇਗਾ ਹੌਲੀ ਹੌਲੀ ਕਰਕੇ ਸਾਰਾ ਪਾਣੀ ਉੱਡ ਜਾਏਗਾ। ਤੁਸੀਂ ਦੇਖੋਗੇ ਜਿਹੜਾ ਪਾਣੀ ਵਿੱਚ ਲੂਣ ਸੀਗਾ ਥੋੜ੍ਹਾ ਥੋੜ੍ਹਾ ਚਿੱਟਾ ਚਿੱਟਾ, ਉਹ ਜਿਹੜਾ ਤੁਸੀਂ ਪਾਇਆ ਉਹ ਸਾਰਾ ਲੂਣ ਉੱਥੇ ਹੋਏਗਾ। ਸੋ ਸਮੁੰਦਰ ਦੇ ਵਿੱਚੋਂ ਲਗਾਤਾਰ ਪਾਣੀ ਉੱਡਦਾ ਰਹਿੰਦਾ, ਲੂਣ ਉੱਥੇ ਰਹੀ ਜਾਂਦਾ ਹੈ। ਇਸ ਕਰਕੇ ਲੂਣ ਵਧਣ ਦੇ ਨਾਲ ਉੱਥੇ ਜਿਹੜੇ ਪੋਲਿਊਟਡ ਐਲੀਮੈਂਟ ਸੀਗੇ ਜਾਂ ਜ਼ਿਆਦਾ ਲੂਣ ਸੀਗਾ ਇਕੱਠਾ ਹੋ ਗਿਆ। ਸਮਝ ਆਈ ਗੱਲ? ਠੀਕ। ਪਰ ਕਮਾਲ ਇਹ ਹੈ, ਜਿਹੜਾ ਪਾਣੀ ਹਵਾ ਵਿੱਚ ਉੱਡ ਗਿਆ, ਲੂਣ ਤੇ ਪਿੱਛੇ ਛੱਡ ਗਿਆ। ਪਰ ਜਦੋਂ ਅਸਮਾਨ ਤੋਂ ਪਾਣੀ ਵਰਸਦਾ ਆ, ਜਿੰਨਾ ਉਹਦੇ 'ਚ ਸੋਡੀਅਮ ਹੋਣਾ ਚਾਹੀਦਾ ਉਹ ਪੂਰਾ ਹੁੰਦਾ ਉਹਦੇ 'ਚ। ਹਾਊ ਕਮ? ਲੂਣ ਤੇ ਪਿੱਛੇ ਛੱਡ ਗਿਆ। ਇਸ ਚੀਜ਼ ਨੇ ਕਈ ਸਾਲ ਡਿਸਟਰਬ ਕੀਤਾ। I was thinking about it. Then ਕੁਛ ਹੋਰ ਚੀਜ਼ਾਂ ਪੜ੍ਹੀਆਂ, ਪੜ੍ਹ ਕੇ ਸਮਝ ਲੱਗੀ। ਕਈ ਵਾਰ ਲੋਕ ਕਹਿੰਦੇ ਨਾ, ਲੈ ਕਹਿੰਦੇ ਰੱਬ ਬੜਾ ਚੰਗਾ, ਰੱਬ ਇਸ ਤਰੀਕੇ ਨਾਲ ਤੂਫਾਨ ਆਉਂਦੇ ਆ, ਭੁਚਾਲ ਆਉਂਦੇ, ਕੀ ਲੋੜ ਹੈ, ਸਭ ਠੀਕ ਠਾਕ ਚੱਲਦਾ ਰਹੇ। ਐਕਚੁਅਲੀ ਇੱਕ ਮਦਰ ਨੇਚਰ ਦਾ ਲਾ ਆ ਵੱਡਾ। ਜਦੋਂ ਸਮੁੰਦਰਾਂ 'ਚ ਜਵਾਰ ਭਾਟਾ ਆਉਂਦਾ ਹੈ, ਤੂਫਾਨ ਆਉਂਦੇ ਸਮੁੰਦਰੀ,
ਜਦੋਂ ਹੈਰੀਕੇਨਸ ਆਉਂਦੇ, ਜਦੋਂ ਛੱਲਾਂ ਪੈਂਦੀਆਂ, ਪਾਣੀ ਸਮੁੰਦਰ ਦਾ ਉਛਲ ਉਛਲ ਕੇ ਪੈਂਦਾ, ਇਹ ਹੁੰਦਾ ਕੀ ਹੈ? ਹੁੰਦਾ ਇਹ ਹੈ ਜਦੋਂ ਸਮੁੰਦਰ ਬਹੁਤ ਉਛਲਦਾ ਆ, ਉਹਦੇ ਵਿੱਚ ਜਿਹੜੇ ਬਹੁਤ ਮਹੀਮ ਲੂਣ ਦੇ ਤੱਤ ਨੇ ਉਹ ਹਵਾ ਆਪਣੇ ਨਾਲ ਚੁੱਕ ਲੈਂਦੀ ਉਹਨਾਂ ਨੂੰ। ਜਿਹੜਾ ਅਸਮਾਨਾਂ ਦੇ ਵਿੱਚ ਵਾਸ਼ਪੀਕਰਨ ਹੋ ਰਿਹਾ, ਜਿਹੜਾ ਮੋਇਸਚਰ ਉੱਠ ਕੇ ਜਾ ਰਿਹਾ, ਉਸ ਮੋਇਸਚਰ ਦੇ ਨਾਲ ਉਹ ਸਾਰਾ ਲੂਣ ਮਿਕਸ ਹੁੰਦਾ। ਤੁਸੀਂ ਇੱਥੇ ਜਦੋਂ ਕੋਈ ਲੈਬਾਂ 'ਚ ਚੀਜ਼ਾਂ ਮਿਕਸ ਕਰਦੇ ਹੋ, ਕਿੰਨੀ ਗਲਤੀ ਹੋ ਜਾਂਦੀ ਆ, ਵੱਧ ਗਿਆ ਘਟ ਗਿਆ, ਇਸ ਤਰੀਕੇ ਨਾਲ ਐਸਾ ਮਿਕਸ ਕਰਦਾ ਹੈ ਉਹ ਬਿਲਕੁਲ। ਜਦੋਂ ਪਾਣੀ ਦਾ ਲੈਵਲ ਉਸ ਲੈਵਲ 'ਤੇ ਉਹਨੂੰ ਬਦਲਾਂ 'ਚ ਆਉਂਦਾ ਹੈ, ਅਤੇ ਜਦੋਂ ਪਾਣੀ ਵਰਸਦਾ ਆ ਬਿਲਕੁਲ ਰਾਈਟ ਸੋਡੀਅਮ ਉਹਦੇ 'ਚ ਹੁੰਦਾ ਹੈਗਾ ਆਲਮੋਸਟ। ਇਹ ਗੁਰੂ ਸਾਹਿਬ ਕਹਿੰਦੇ ਵੇਖ ਤੂੰ ਜਰਾ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਵੇਖ ਸਾਰੀ ਕਿਰਿਆ ਧਰਤੀ ਦੇ ਉੱਤੇ ਪਸਰਦੀ ਹੋਈ। ਬਚਨ ਹੈ ਸਾਗਰ ਲਹਿਰ ਸਮੁੰਦ ਸਰਵੇਲ ਵਰਸ ਵਰਾਹ, ਫਿਰ ਕਿਆ ਆਪ ਖੜੋ ਮੈਂ ਆਪ ਕਰ ਆਪੀ ਨੇ ਆਪਾ। ਆਪ ਹੀ ਤੂੰ ਕਰਨ ਵਾਲਾ ਆ, ਆਪ ਹੀ ਤੂੰ ਖੜਾਉਣ ਵਾਲਾ ਆ। ਭਾਵ ਮਤਲਬ ਖੜੋਵੇਂ ਨੂੰ ਟੀਕਾਕਾਰਾਂ ਨੇ ਕੀਤਾ ਕਿ ਸਟੈਂਡ ਕਰਨ ਵਾਲਾ, ਪਰ ਖੜੋਵੇਂ ਦਾ ਮਤਲਬ ਖੜਨਾ ਵੀ ਹੁੰਦਾ ਆ, ਕਿਉਂਕਿ ਆਪ ਕਰ ਅੱਗੇ ਆਇਆ, ਆਪ ਹੀ ਨੇ ਆਪਾ। ਤੂੰ ਆਪ ਹੀ ਖੜਦਾ ਆ, ਆਪ ਹੀ ਭੇਜਦਾ ਆ, ਆਪ ਹੀ ਲੈਣਾ ਆ, ਆਪ ਹੀ ਦੇਣਾ ਆ। ਭਾਵ ਇਹ ਜੀਵਨ ਦੀ ਕਿਰਿਆ ਤੂੰ ਚਲਾ ਰਿਹਾ, ਸਾਰੀ ਸਾਈਕਲ ਆਪੇ ਖੜ ਰਿਹਾ ਹੈ ਨਾ। ਇਹ ਸ਼ਬਦ ਪੜ੍ਹਦੇ ਆ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵਿਖੈ ਹਾਦਰਾ ਹਦੂਰ। ਇਹ ਉਹਦੀ ਡਿਫਰੈਂਟ ਵੇ ਨਾਲ ਵਿਆਖਿਆ, ਇਹ ਡਿਫਰੈਂਟ ਵੇ ਨਾਲ ਉਹਦੀ ਗੁਰੂ ਬਾਬਾ ਜੀ ਨੂੰ ਡਿਫਰੈਂਟ ਐਂਗਲ ਤੇ ਬਿਆਨ ਕਰ ਰਹੇ ਨੇ। ਦ ਸੇਮ ਮੈਸੇਜ, ਆਪ ਖੜੋ ਮੈਂ ਆਪ ਕਰ ਆਪ ਹੀ ਨੇ ਆਪਾ। ਸਮਾਂ ਸਮਾਪਤ ਹੈ, ਬਚਨ ਅੱਗੇ ਕੰਟੀਨਿਊ ਹੈ। We will actually keep on moving in this direction in coming days. Today time is over. Thank you very much being an attentive listener. ਆਪ ਸਮੂਹ ਸੰਗਤ ਦਾ ਬੜਾ ਸ਼ੁਕਰੀਆ। ਭੁੱਲਾਂ ਗਲਤੀਆਂ ਲਈ ਮਾਫੀ। ਜੋ ਕਿਰਸਾਨੀ ਸੰਘਰਸ਼ ਲਈ ਲੋਕ ਜੂਝ ਰਹੇ ਨੇ, ਭਾਈ ਉਹਨਾਂ ਦੀ ਫਤਿਹ ਹੋਏ, ਚੜ੍ਹਦੀ ਕਲਾ ਹੋਏ, ਇਹ ਦਿਲੀ ਅਰਦਾਸ ਹੈ। ਢਾਡੀ ਵੀਰ ਆ ਗਏ ਨੇ, ਅਗਲਾ ਸਮਾਗਮ ਉਹ ਆਪ ਸਾਂਝਾ ਕਰਨਗੇ। ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।